ਤੇ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਨੇੜੇ ਫਿਲੌਰ ਵਿਖੇ ਸਤਲੁਜ ਦੇ ਕੰਢੇ ਉਹਨਾਂ ਦੇ ਇੱਕੋ ਇੱਕ ਸਮਾਰਕ ਵਿਖੇ, ਜਿੱਥੇ ਕਿ ਉਹਨਾਂ ਦੀ ਅਸਥੀਆਂ ਜਿਹੜੀਆਂ 12 ਫਰਵਰੀ 1948 ਵਿਖੇ ਇੱਥੇ ਸਤਲੁਜ ਦਰਿਆ 'ਚ ਵਿਸਰਜਿਤ ਕੀਤੀਆਂ ਗਈਆਂ ਸੀ। ਅੱਜ ਅਸੀਂ ਉੱਥੇ ਮੌਜੂਦ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਸਮਾਰਕ ਵਿੱਚ ਕੀ ਕੁਛ ਇੱਥੇ ਹੈ। ਇੱਕ ਤਿਰੰਗਾ, ਦੇਸ਼ ਦਾ ਤਿਰੰਗਾ ਜਿਹੜਾ ਇੱਥੇ ਫਹਿਰਾਇਆ ਗਿਆ ਹੈ। ਦੇਖੋ ਜੀ, 1948 ਚ ਮਹਾਤਮਾ ਗਾਂਧੀ ਜੀ ਦੀ ਡੈਥ ਹੋਈ ਸੀ ਜੀ। ਉਹਨਾਂ ਦੀ ਅਸਥੀਆਂ ਸਤਲੁਜ ਦਰਿਆ ਦੇ ਵਿੱਚ ਇਸ ਪੁਆਇੰਟ 'ਤੇ ਆ ਕੇ ਜਲ ਪ੍ਰਵਾਹਿਤ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਇੱਥੇ ਇਹ ਸਮਾਧ ਬਣੀ ਹੈ। ਉਦੋਂ ਦਾ ਹੀ ਇੱਥੇ ਫਲੌਰ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸੀ, ਪਰ ਚਲੋ ਹੁਣ ਸਮੇਂ ਤੋਂ ਬਾਅਦ ਸਭ ਕੁਝ ਚੇਂਜਸ ਆ ਜਾਂਦੀਆਂ। ਹੁਣ ਲੋਕ ਇਸ ਪਾਸੇ ਨਹੀਂ ਇੰਨੇ ਧਿਆਨ ਦੇ ਪਾ ਰਹੇ। ਕੁਛ ਜੋ ਪਿਛਲੀ ਸਰਕਾਰਾਂ ਸੀ ਉਹਨਾਂ ਦੀਆਂ ਕੋਈ ਨਲਾਇਕੀਆਂ ਸੀ, ਜਿਸ ਕਰਕੇ ਇਸ ਜਗ੍ਹਾ ਨੂੰ ਨਹੀਂ ਕੁਝ ਇੰਨਾ ਕਰ ਸਕੇ। ਜੀ, ਜਿਵੇਂ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਪਿੱਛੇ ਵੀ ਟੂਰਿਜ਼ਮ ਨੂੰ ਔਰ ਆਪਣੇ ਜਿਹੜੇ ਸ਼ਹੀਦਾਂ ਨੂੰ ਜਿਹੜੇ ਯਾਦ ਕਰਨ ਲਈ ਉਹਨਾਂ ਦੀ ਯਾਦਗਾਰਾਂ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ ਸਜਾਇਆ ਗਿਆ ਹੈ ਔਰ ਲੋਕਾਂ ਲਈ ਜਿਹੜੀ ਉਹ ਪੇਂਟ ਕੀਤੀ ਗਈ ਹੈ। ਤੇ ਕੀ ਕਹਿਣਾ ਚਾਹੁੰਦੇ ਹੋ ਕਿ ਮਹਾਤਮਾ ਗਾਂਧੀ ਜਿਹੜੇ ਕਿ ਇੱਕ ਰਾਸ਼ਟਰ ਪਿਤਾ ਨੇ, ਉਹਨਾਂ ਦੀ ਜਿਹੜੀ ਯਾਦ ਨੂੰ ਕਿਵੇਂ ਸਹੇਜ ਕੇ ਰੱਖਿਆ ਜਾਏਗਾ? ਦੇਖੋ ਜੀ, ਹੁਣ ਪੰਜਾਬ ਸਰਕਾਰ ਜੇ ਕੁਝ ਐਫਰਟਸ ਕਰ ਰਹੀ ਹੈ, ਉਹ ਕਰ ਰਹੀ ਹੈ, ਪਰ ਜੋ ਪਹਿਲੀਆਂ ਸਰਕਾਰਾਂ ਸੀ, ਚਾਹੇ ਉਹ ਸੈਂਟਰ ਦੀਆਂ ਹੋਣ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਬੀਜੇਪੀ ਦੀ ਹੋਵੇ, ਉਹਨਾਂ ਨੇ ਇਸ ਲਈ ਕੁਝ ਨਹੀਂ ਕੀਤਾ। ਇਹ ਰਾਸ਼ਟਰਪਿਤਾ ਸਾਰੇ ਹਿੰਦੁਸਤਾਨ ਦੇ ਜਿਨ੍ਹਾਂ ਨੂੰ ਪਦਵੀ ਮਿਲੀ ਸੀ, ਇਹਦੇ ਵਿੱਚ ਬਿਨਾਂ ਕਿਸੇ ਪਾਰਟੀ ਦੀ ਭੇਦਭਾਵ ਦਾ ਇਸ ਜਗ੍ਹਾ ਦਾ ਡਿਵੈਲਪਮੈਂਟ ਹੋਣੀ ਚਾਹੀਦੀ ਸੀ। ਤੁਹਾਡੇ ਸਾਹਮਣੇ ਇਹ ਇੱਟਾਂ ਪਈਆਂ ਵਾ, 2 ਸਾਲ ਹੋ ਗਏ ਇੱਥੇ ਪਈਆਂ ਨੂੰ, ਪਰ ਅਜੇ ਤੱਕ ਇੱਥੇ 4 ਦੀਵਾਰੀ ਵੀ ਨਹੀਂ ਹੋ ਸਕੀ। ਤੇ ਇੱਕੋ ਸਮਾਰਕ, ਔਰ ਉਹ ਵੀ ਪੰਜਾਬ 'ਚ ਜਿਹੜਾ ਹੈਗਾ, ਇਹ ਆਪਾਂ ਨੂੰ ਇੱਕ ਬੜੀ ਵਧੀਆ ਗੱਲ ਹੈ ਕਿ ਬਾਪੂ ਜੀ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਮੇਰੇ ਫੁੱਲ ਜਿਹੜੇ ਨੇ, ਮੇਰੀ ਅਸਥੀ ਵਿਸਰਜਨ ਇਹ ਬੜੇ ਪ੍ਰਮੁੱਖ ਨਦੀਆਂ ਵਿੱਚ ਹੋਣੇ ਚਾਹੀਦੇ ਨੇ, ਤੇ ਇੱਕ ਪੰਜਾਬ ਦੀ ਸਤਲੁਜ ਦਰਿਆ ਵਿੱਚ ਵੀ ਜਿਹੜੀ ਉਹ ਅਸਥੀ ਜਿਹੜਾ ਵਿਸਰਜਨ ਕੀਤਾ ਗਿਆ। ਕਿਵੇਂ ਇਹ ਪੂਰਾ ਸਮਾਰਕ ਬਣਨਾ ਚਾਹੀਦਾ? ਇਹਨੂੰ 4 ਦੀਵਾਰੀ ਕਰਨੀ ਚਾਹੀਦੀ ਜੀ। ਸੋਹਣੇ ਇੱਥੇ ਘਾਹ ਲਾਉਣਾ ਚਾਹੀਦਾ, ਫਲ ਬੂਟੇ ਸਾਰੇ ਲੱਗਣੇ ਚਾਹੀਦੇ ਆ। ਜਿਹੜੇ ਸੀ ਇਹ ਆਉਣ ਵਾਲੀ ਪੀੜ੍ਹੀ ਨੂੰ ਬਾਪੂ ਜੀ ਇੱਕ ਜਿਹੜੇ ਪ੍ਰਤੀਕ ਹੈਗੇ ਆ, ਜਿਹੜੇ ਸ਼ਾਂਤੀ ਦੇ ਪ੍ਰਤੀਕ ਹੈਗੇ ਆ, ਜੇ ਇਹ ਜਗ੍ਹਾ ਨੂੰ ਪ੍ਰੋਪਰ ਡਿਵੈਲਪ ਕੀਤਾ ਜਾਏਗਾ ਤੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਬਾਪੂ ਜੀ ਬਾਰੇ ਦੱਸੀਏ। ਇਸ ਤਰ੍ਹਾਂ ਦੇ ਮਾਹੌਲ 'ਚ ਜੇ ਬਾਪੂ ਜੀ ਨੂੰ ਅਸੀਂ ਬੱਚਿਆਂ ਨੂੰ ਆਪਣੇ ਲਿਆ ਕੇ ਦਿਖਾਈਏ ਤੇ ਸਾਡੇ ਆਪਣਾ ਮਨ ਨੂੰ ਠੇਸ। ਉਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਸਰਕਾਰਾਂ ਨੂੰ ਪਤਾ ਨਹੀਂ, ਡੀਸੀ ਨੂੰ ਕੰਪਲੇਂਟਾਂ ਜਾ ਚੁੱਕੀਆਂ, ਐਸਡੀਐਮ ਫਲੋਰ ਨੂੰ ਕੰਪਲੇਂਟਾਂ ਪਈਆਂ ਨੇ। ਪੀਸ ਕੀਪਿੰਗ ਇੱਕ ਸੰਸਥਾ ਲੁਧਿਆਣੇ ਦੀ ਮਹਾਤਮਾ ਗਾਂਧੀ ਜੀ ਦੀ ਮਿਸਟਰ ਮੇਰੇ ਖਿਆਲ ਅਗਰਵਾਲ, ਕੀ ਨਾਮ ਆਉਂਦਾ ਉਹਦਾ, ਜਿਹੜੇ ਆਉਂਦੇ ਹੁੰਦੇ ਸੀਗੇ ਫਲੋਰ, ਉਹ ਆਉਂਦੇ ਸੀਗੇ, ਉਹਨਾਂ ਨੇ ਵੀ ਐਫਰਟ ਕੀਤਾ। ਉਹਨਾਂ ਦੇ ਐਫਰਟ ਨਾਲ ਅਸੀਂ ਬਹੁਤ ਕੁਛ ਇੱਥੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਹੀਂ ਹੈ ਕਿ ਚੇਂਜ ਨਹੀਂ ਕਰਨ ਦੀ ਕੋਸ਼ਿਸ਼, ਚੇਂਜ ਕਰਨ ਦੀ ਕੋਸ਼ਿਸ਼ ਕੀਤੀ। 25 ਸਾਲਾਂ 'ਚ ਅਸੀਂ ਇੱਥੇ ਕੁਝ ਚੇਂਜ ਨਹੀਂ ਕਰਵਾ ਸਕੇ। ਜਿਵੇਂ ਮੈਂ ਵੀ ਇੱਕ ਮਤਲਬ ਨਿਊਜ਼ ਵੀ ਕਵਰ ਕੀਤੀ ਸੀ ਕਿ 2 ਕਰੋੜ ਦੀ ਗ੍ਰਾਂਟ ਵੀ ਮਿਲਣ ਦਾ ਐਲਾਨ ਹੋਇਆ ਸੀ, ਉਹ ਮਿਲੀ ਨਹੀਂ ਗ੍ਰਾਂਟ। ਫਿਰ ਬਿਲਕੁਲ ਸਮਾਜ ਝਾੜੂ ਰੱਖਿਆ ਇਸ ਵੇਲੇ ਆ ਕਿ ਝਾੜੂ ਨਾਲ ਆਪ ਖੁਦ ਸਾਫ਼ ਕਰ ਲਈਦੀ ਹੈ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਆਪਣੇ ਰਾਸ਼ਟਰ ਪਿਤਾ ਦੀ ਜਿਹੜਾ ਹੈ ਉਹਨਾਂ ਦੇ ਨਾਂ ਤੇ ਇੱਕ ਬਹੁਤ ਵੱਡੀ ਡਰਾਈਵ ਚਲਾਈ ਜਾ ਰਹੀ ਹੈ, ਸਵਸਥ ਭਾਰਤ ਅਭਿਆਨ। ਹਾਂਜੀ, ਕੱਲ ਤੋਂ ਫਿਰ ਸ਼ੁਰੂ ਹੋ ਰਹੀ ਹੈ। ਆਲ ਓਵਰ ਇੰਡੀਆ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ, ਪਰ ਇਹ ਮਹਾਤਮਾ ਗਾਂਧੀ ਦੀ ਸਮਾਧ ਹੈ ਤੇ ਇਹ ਸਵੱਛ ਭਾਰਤ ਦਾ ਸੀਨ ਹੈ। ਅੱਜ ਹੈ 2 ਅਕਤੂਬਰ, ਯਾਨੀ ਕਿ ਗਾਂਧੀ ਜਯੰਤੀ। ਬਾਪੂ ਗਾਂਧੀ ਜੀ ਦਾ ਜਨਮ ਦਿਨ, ਸਾਡੇ ਰਾਸ਼ਟਰ ਪਿਤਾ ਨੂੰ ਸਮਰਪਿਤ ਦਿਨ, ਮਹਾਤਮਾ ਗਾਂਧੀ ਜੀ ਦਾ ਜਨਮ ਦਿਨ, ਜਿਹੜੇ ਕਿ ਪੂਰਾ ਦੇਸ਼ ਬੜੇ ਹੀ ਸ਼ਰਧਾ, ਬੜੇ ਹੀ ਪ੍ਰੇਮ ਭਾਵ ਨਾਲ ਉਸ ਅਹਿੰਸਾ ਅਤੇ ਸੱਤਿਆ ਦੇ ਪੁਜਾਰੀ ਦਾ ਇਹ ਦਿਨ ਮਨਾਉਂਦਾ ਹੈ। ਤੇ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਨੇੜੇ ਫਿਲੌਰ ਵਿਖੇ ਸਤਲੁਜ ਦੇ ਕੰਢੇ ਉਹਨਾਂ ਦੇ ਇੱਕੋ ਇੱਕ ਸਮਾਰਕ ਵਿਖੇ, ਜਿੱਥੇ ਕਿ ਉਹਨਾਂ ਦੀ ਅਸਥੀਆਂ ਜਿਹੜੀਆਂ 12 ਫਰਵਰੀ 1948 ਵਿਖੇ ਇੱਥੇ ਸਤਲੁਜ ਦਰਿਆ 'ਚ ਵਿਸਰਜਿਤ ਕੀਤੀਆਂ ਗਈਆਂ ਸੀ। ਅੱਜ ਅਸੀਂ ਉੱਥੇ ਮੌਜੂਦ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਸਮਾਰਕ ਵਿੱਚ ਕੀ ਕੁਛ ਇੱਥੇ ਹੈ। ਇੱਕ ਤਿਰੰਗਾ, ਦੇਸ਼ ਦਾ ਤਿਰੰਗਾ ਜਿਹੜਾ ਇੱਥੇ ਫਹਿਰਾਇਆ ਗਿਆ ਹੈ। ਇੱਥੇ ਕੁਛ ਲੋਕ ਵੀ ਮੌਜੂਦ ਨੇ ਜਿਹੜੇ ਕਿ ਮਹਾਤਮਾ ਗਾਂਧੀ ਜੀ ਨੂੰ ਆਪਣੀ ਸ਼ਰਧਾ ਫੁੱਲ ਭੇਂਟ ਕਰਨ ਆਏ ਨੇ ਜੀ। ਇਸ ਸਮਾਗਮ 'ਚ ਬਾਪੂ ਜੀ ਦੇ 11 ਅਸੂਲ ਜਿਹੜੇ ਲਿਖੇ ਗਏ ਨੇ, ਬਾਪੂ ਜੀ ਦੇ 11 ਅਸੂਲ। ਪਹਿਲੇ ਸੱਤਿਆ ਤੇ ਅਹਿੰਸਾ ਦੇ ਪੁਜਾਰੀ ਅਹਿੰਸਾ। ਦੂਸਰਾ ਹੈ ਬ੍ਰਹਮਚਰਯ, ਸਵਾਦ ਦਾ ਤਿਆਗ, ਚੋਰੀ ਨਾ ਕਰਨਾ, ਬਿਨਾਂ ਲੋੜ ਜਮ੍ਹਾਂ ਨਾ ਕਰਨਾ, ਨਿਡਰਤਾ, ਛੂਤ ਛਾਤ ਦਾ ਖਾਤਮਾ, ਸਰੀਰਕ ਮਿਹਨਤ,
ਧਾਰਮਿਕ ਸਹਿਣਸ਼ੀਲਤਾ, ਸੁਦੇਸ਼ੀ ਚੀਜ਼ਾਂ ਦੀ ਵਰਤੋਂ ਕਰਨਾ ਤੇ ਵਿਦੇਸ਼ੀ ਨੂੰ ਜਿਹੜਾ ਉਹ ਪਰੇ ਕਰਨਾ। ਜੀ ਉਹਨਾਂ ਦਾ ਜਿਹੜਾ ਸਵਰਗਵਾਸ ਹੈ 30 ਜਨਵਰੀ 1948 ਵਿਖੇ ਹੋਇਆ ਅਤੇ ਇੱਥੇ ਇਸ ਸਥਾਨ ਜਿਹੜਾ ਕਿ ਪੰਜਾਬ ਵਿੱਚ ਇੱਕੋ ਇੱਕ ਜਿਹੜਾ ਇਹ ਸਮਾਰਕ ਹੈ, ਉੱਥੇ ਉਹਨਾਂ ਦਾ ਜਿਹੜੇ ਫੁੱਲ ਪ੍ਰਵਾਹ ਕੀਤੇ ਗਏ 12 ਫਰਵਰੀ ਸਨ 1948 ਵਿਖੇ ਜੀ। ਤੇ ਹੁਣ ਜਿਹੜੇ ਇੱਥੇ ਬੜੇ ਸਥਾਨਕ ਲੋਕ ਜਿਹੜੇ ਹੈਗੇ ਨੇ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਜੀ। ਜੀ ਸਰ, ਜਿਵੇਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ 2 ਅਕਤੂਬਰ ਤੇ ਤੁਸੀਂ ਇੱਥੇ ਹਮੇਸ਼ਾ ਆਉਂਦੇ ਹੋ, ਇਹ ਸਮਾਰਕ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੰਜਾਬ 'ਚ ਸ਼ਾਇਦ ਇੱਕੋ ਇੱਕ ਸਮਾਰਕ ਹੈ ਇਹ ਵਾਲਾ। ਦੇਖੋ ਜੀ 1948 ਚ ਮਹਾਤਮਾ ਗਾਂਧੀ ਜੀ ਦੀ ਡੈਥ ਹੋਈ ਸੀ। ਜੀ ਉਹਨਾਂ ਦੀ ਅਸਥੀਆਂ ਸਤਲੁਜ ਦਰਿਆ ਦੇ ਵਿੱਚ ਇਸ ਪੁਆਇੰਟ ਤੇ ਆ ਕੇ ਜਲ ਪ੍ਰਵਾਹਿਤ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਇੱਥੇ ਇਹ ਸਮਾਧ ਬਣੀ ਹੈ। ਉਦੋਂ ਦਾ ਹੀ ਇੱਥੇ ਫਲੋਰ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸੀ, ਪਰ ਚਲੋ ਹੁਣ ਸਮੇਂ ਤੋਂ ਬਾਅਦ ਸਭ ਕੁਝ ਚੇਂਜਸ ਆ ਜਾਂਦੀਆਂ। ਹੁਣ ਲੋਕ ਇਸ ਪਾਸੇ ਨਹੀਂ ਇੰਨੇ ਧਿਆਨ ਦੇ ਪਾ ਰਹੇ। ਕੁਝ ਜੋ ਪਿਛਲੀ ਸਰਕਾਰਾਂ ਸੀ ਉਹਨਾਂ ਦੀਆਂ ਕੋਈ ਨਲਾਇਕੀਆਂ ਸੀ, ਜਿਸ ਕਰਕੇ ਇਸ ਜਗ੍ਹਾ ਨੂੰ ਨਹੀਂ ਕੁਝ ਇੰਨਾ ਕਰ ਸਕੇ। ਇਸ ਟਾਈਮ ਜਿਹੜੀ ਇਹਦੀ ਹਾਲਤ ਤੁਹਾਡੇ ਸਾਹਮਣੇ ਹੀ ਹੈ। 2 ਅਕਤੂਬਰ ਨੂੰ ਜਦੋਂ ਵੀ ਇੱਥੇ ਕੋਈ ਦਿਹਾੜਾ ਮਨਾਇਆ ਜਾਂਦਾ ਹੈ, ਨਗਰ ਕੌਂਸਲ ਫਲੋਰ ਦੀ ਆ ਕੇ ਟੀਮ ਸਫਾਈ ਕਰ ਜਾਂਦੀ ਹੈ, ਸਾਰੀ ਸਜਾਵਟ ਕਰ ਦਿੰਦੀ ਹੈ, ਪਰ ਉਸ ਤੋਂ ਬਾਅਦ ਇਹਨੂੰ ਕੋਈ ਨਹੀਂ ਪੁੱਛਦਾ। ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਪਿੱਛੇ ਵੀ ਟੂਰਿਜ਼ਮ ਨੂੰ ਔਰ ਆਪਣੇ ਜਿਹੜੇ ਸ਼ਹੀਦਾਂ ਨੂੰ ਜਿਹੜੇ ਯਾਦ ਕਰਨ ਲਈ ਉਹਨਾਂ ਦੀ ਯਾਦਗਾਰਾਂ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ ਸਜਾਇਆ ਗਿਆ ਹੈ ਔਰ ਲੋਕਾਂ ਲਈ ਜਿਹੜੀ ਉਹ ਪੇਂਟ ਕੀਤੀ ਗਈ ਹੈ। ਤੇ ਕੀ ਕਹਿਣਾ ਚਾਹੁੰਦੇ ਹੋ ਕਿ ਮਹਾਤਮਾ ਗਾਂਧੀ ਜਿਹੜੇ ਕਿ ਇੱਕ ਰਾਸ਼ਟਰ ਪਿਤਾ ਨੇ, ਉਹਨਾਂ ਦੀ ਜਿਹੜੀ ਯਾਦ ਨੂੰ ਕਿਵੇਂ ਸਹੇਜ ਕੇ ਰੱਖਿਆ ਜਾਏਗਾ? ਦੇਖੋ ਜੀ ਹੁਣ ਪੰਜਾਬ ਸਰਕਾਰ ਜੇ ਕੁਝ ਐਫਰਟਸ ਕਰ ਰਹੀ ਹੈ, ਉਹ ਕਰ ਰਹੀ ਹੈ, ਪਰ ਜੋ ਪਹਿਲੀਆਂ ਸਰਕਾਰਾਂ ਸੀ, ਚਾਹੇ ਉਹ ਸੈਂਟਰ ਦੀਆਂ ਹੋਣ, ਚਾਹੇ ਕਾਂਗਰਸ ਦੀ ਹੋਵੇ, ਚਾਹੇ ਬੀਜੇਪੀ ਦੀ ਹੋਵੇ, ਉਹਨਾਂ ਨੇ ਇਸ ਲਈ ਕੁਝ ਨਹੀਂ ਕੀਤਾ। ਇਹ ਰਾਸ਼ਟਰਪਿਤਾ ਸਾਰੇ ਹਿੰਦੁਸਤਾਨ ਦੇ ਆ ਜਿਨ੍ਹਾਂ ਨੂੰ ਪਦਵੀ ਮਿਲੀ ਸੀ। ਇਹਦੇ ਵਿੱਚ ਬਿਨਾਂ ਕਿਸੇ ਪਾਰਟੀ ਦੀ ਭੇਦਭਾਵਨਾ ਤੋਂ ਇਸ ਜਗ੍ਹਾ ਦਾ ਡਿਵੈਲਪਮੈਂਟ ਹੋਣੀ ਚਾਹੀਦੀ ਸੀ। ਤੁਹਾਡੇ ਸਾਹਮਣੇ ਇਹ ਇੱਟਾਂ ਪਈਆਂ ਵਾ, 2 ਸਾਲ ਹੋ ਗਏ ਇੱਥੇ ਪਈਆਂ ਨੂੰ, ਪਰ ਇਹ ਅਜੇ ਤੱਕ ਇੱਥੇ 4 ਦੀਵਾਰੀ ਵੀ ਨਹੀਂ ਹੋ ਸਕੀ। ਪ੍ਰੋਬਲਮ ਇੱਥੇ ਇਹ ਆ ਵੀ ਫੰਡਿੰਗ ਦੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਨਗਰ ਕੌਂਸਲ ਦੀ ਇਹ ਜਿਹੜੀ ਹਦੂਦ ਦੇ ਅੰਦਰ ਨਹੀਂ ਆਉਂਦੀ ਜਗ੍ਹਾ। ਤੇ ਪਿਛਲੇ ਅਸੀਂ ਜਿਵੇਂ ਦੇਖਿਆ ਕਿ 2 ਕਰੋੜ ਦੀ ਗ੍ਰਾਂਟ ਵੀ ਮਿਲਣ ਦਾ ਇੱਕ ਸੀਗਾ, ਉਹ ਮਿਲੀ ਨਹੀਂ ਫਿਰ ਉਦੋਂ ਗ੍ਰਾਂਟ। ਤੁਹਾਡੇ ਸਾਹਮਣੇ ਹੀ ਹੈ ਜੀ, ਤੁਸੀਂ ਦੇਖ ਲਓ, ਜੇ 2 ਕਰੋੜ ਦੀ ਗ੍ਰਾਂਟ ਮਿਲੀ ਹੁੰਦੀ ਤਾਂ ਇੱਥੇ ਲੱਗਣੀ ਸੀ। ਇਹਨੂੰ ਹੁਣ ਇਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜੀ। ਤਾਂ ਜਿੱਦਾਂ ਅਸੀਂ ਵੀ ਆਸ-ਪਾਸ ਦੇਖ ਰਹੇ ਹਾਂ, ਬਹੁਤ ਹੀ ਗੰਦਗੀ ਹੈ, ਕਿਉਂਕਿ ਇੱਕ ਬਾਪੂ ਜੀ ਦੀ ਇੱਕ ਜਿਹੜਾ ਸਮਾਰਕ ਹੋਏ ਔਰ ਉੱਥੇ ਇਹ ਚੀਜ਼ ਹੋਏ, ਹੈ ਨਾ, ਇਹ ਸ਼ੋਭਾ ਵੀ ਨਹੀਂ ਦਿੰਦਾ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ, ਪਰ ਪ੍ਰੋਬਲਮ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਇਹੀ ਹੈ ਵੀ 2 ਅਕਤੂਬਰ ਨੂੰ 2 ਦਿਨ ਪਹਿਲਾਂ ਸਫਾਈ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕੱਲ ਸਵੇਰੇ ਇੱਥੇ ਆਓਗੇ, ਇੱਥੇ ਸਫਾਈ ਹੋਣੀ ਸ਼ੁਰੂ ਹੋ ਚੁੱਕੀ ਹੋਊਗੀ। ਪਰਸੋਂ ਨੂੰ ਇੱਥੇ ਬਹੁਤ ਵਧੀਆ ਇਨਵਾਇਰਨਮੈਂਟ ਹੋਊਗਾ, ਪਰ ਆਫਟਰ 2 ਤੋਂ ਬਾਅਦ ਫਿਰ ਕਿਸੇ ਨੇ ਨਹੀਂ ਇਹਨੂੰ ਪੁੱਛਣਾ, ਕਿਉਂਕਿ ਇਹਦੇ ਲਈ ਕੋਈ ਕਮੇਟੀ ਨਹੀਂ ਅਜੇ ਤੱਕ ਬਣੀ, ਕਿਸੇ ਨੇ ਇਹਨੂੰ ਟੇਕ ਓਵਰ ਨਹੀਂ ਕੀਤਾ। ਬਹੁਤ ਐਮਪੀਜ਼ ਆਏ ਚਲੇ ਗਏ, ਪਰ ਉਹਨਾਂ ਨੇ ਇਸ ਵਾਰ ਧਿਆਨ ਨਹੀਂ ਦਿੱਤਾ। ਤੇ ਮਿਲਦੇ ਆ ਕੁਝ ਹੋਰ ਲੋਕਾਂ ਨਾਲ। ਸਰ, ਤੁਸੀਂ ਕਿੱਥੋਂ ਆਏ ਹੋ? ਮੈਂ ਫਲੋਰ ਤੋਂ ਜੀ। ਤੇ ਤੁਸੀਂ ਆਂਦੇ ਰਹਿੰਦੇ ਹੋ ਮਹਾਤਮਾ ਮੈਂ ਗਾਂਧੀ ਰੋਜ਼ ਸੈਰ ਕਰਨ ਆਉਂਦਾ ਜੀ ਇੱਥੇ। ਜੀ। ਇੱਥੇ ਗੰਦਗੀ, ਮੱਝਾਂ ਬੰਨੀਆਂ ਹੁੰਦੀਆਂ, ਗੋਹਾ ਪਿਆ ਹੁੰਦਾ। ਹੁਣ 15 ਅਗਸਤ ਵਾਲੇ ਦਿਨ ਇੱਥੇ ਆ ਝੰਡਾ ਲਹਿਰਾਇਆ, ਉਸ ਦਿਨ ਇੱਥੇ ਬਹੁਤ ਗੰਦਗੀ ਸੀ, ਮੱਝਾਂ ਦੇ ਕੂੜੇ ਪਏ ਹੋਏ ਸੀ। ਮੱਝਾਂ ਅਸੀਂ ਇੱਥੋਂ ਛੱਡ ਕੇ ਆਪ ਪਾਸੇ ਇਹਨਾਂ ਦੀਆਂ ਕਰਾਈਆਂ, ਸਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਸੀਗੇ। ਅਸੀਂ ਉਸ ਦਿਨ ਇਹਦੀ ਸਫਾਈ ਕੀਤੀ ਹੈ, ਇਹ ਤਾਂ ਅਦਰਵਾਈਜ਼ ਕੋਈ ਸਫਾਈ ਨਹੀਂ ਤੇ ਕਰਦਾ। ਤੇ ਇੱਕੋ ਸਮਾਰਕ, ਔਰ ਉਹ ਵੀ ਪੰਜਾਬ 'ਚ ਜਿਹੜਾ ਹੈਗਾ, ਇਹ ਆਪਾਂ ਨੂੰ ਇੱਕ ਬੜੀ ਵਧੀਆ ਗੱਲ ਹੈ ਕਿ ਬਾਪੂ ਜੀ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਮੇਰੇ ਫੁੱਲ ਜਿਹੜੇ ਨੇ, ਮੇਰੀ ਅਸਥੀ ਵਿਸਰਜਨ ਇਹ ਬੜੀਆਂ ਪ੍ਰਮੁੱਖ ਨਦੀਆਂ ਵਿੱਚ ਹੋਣੇ ਚਾਹੀਦੇ ਨੇ, ਤੇ ਇੱਕ ਪੰਜਾਬ ਦੀ ਸਤਲੁਜ ਦਰਿਆ ਵਿੱਚ ਵੀ ਜਿਹੜੀ ਉਹ ਅਸਥੀ ਜਿਹੜੇ ਵਿਸਰਜਨ ਕੀਤਾ ਗਿਆ। ਕਿਵੇਂ ਇਹਦਾ ਇਹ ਪੂਰਾ ਸਮਾਰਕ ਬਣਨਾ ਚਾਹੀਦਾ? ਇਹਨੂੰ 4 ਦੀਵਾਰੀ ਕਰਨੀ ਚਾਹੀਦੀ ਜੀ। ਸੋਹਣੇ ਸੋਹਣੇ ਇੱਥੇ ਘਾਹ ਲਾਉਣਾ ਚਾਹੀਦਾ, ਫਲ ਬੂਟੇ ਸਾਰੇ ਲੱਗਣੇ ਚਾਹੀਦੇ ਆ। ਬੇਸਿਕਲੀ 4 ਦੀਵਾਰੀ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਕੁਝ ਨਹੀਂ ਹੋ ਸਕਦਾ, ਕਿਉਂਕਿ ਇੱਥੇ ਮੱਝਾਂ ਪਸ਼ੂ ਹੈਗੇ ਆ, ਉਹ ਸਾਰੇ ਇਹਨੂੰ ਖਰਾਬ ਕਰ ਦਿੰਦੇ ਆ। ਜੀ ਬਿਲਕੁਲ, ਜਿਹੜੇ ਸ਼ਹੀਦਾਂ ਦੇ ਔਰ ਸਪੈਸ਼ਲੀ ਜਿਹੜੇ ਸਾਡੇ ਰਾਸ਼ਟਰ ਪਿਤਾ ਦੇ ਜਿਹੜਾ ਇੱਕ ਸਮਾਰਕ ਹੈ, ਉਹ ਸਿਰਫ ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਨਹੀਂ ਕਰਨਾ ਚਾਹੀਦਾ। ਇਹ ਪੂਰਾ ਇੱਕ ਜਿਹੜਾ ਸਮਾਰਕ ਨੂੰ ਇਹ ਹਮੇਸ਼ਾ ਹੀ ਯਾਦ ਕਰਨਾ ਚਾਹੀਦਾ। ਕੁਝ ਹੋਰ ਲੋਕ ਨਾਲ ਮਿਲਦੇ ਆ। ਸਰ, ਤੁਸੀਂ ਕਿੱਥੋਂ ਆਏ ਹੋ? ਮੈਂ ਵੀ ਫਲੋਰ ਤੋਂ ਹੀ ਹਾਂ ਜੀ। ਜੀ, ਤੇ ਤੁਸੀਂ ਇੱਥੇ ਆਉਂਦੇ ਰਹਿੰਦੇ ਹੋ? ਬਿਲਕੁਲ, ਅਸੀਂ ਆਉਂਦੇ ਹਾਂ ਜੀ। ਕਿਵੇਂ ਫਿਰ ਤੁਹਾਨੂੰ ਲੱਗਦਾ ਇੱਕ ਇਸ ਤਰ੍ਹਾਂ ਬਾਪੂ ਜੀ ਜੀ ਦੇਖੋ, ਦੇ ਬਾਪੂ ਜੀ ਸਾਡੇ ਰਾਸ਼ਟਰ ਪਿਤਾ ਹੈ। ਹਾਂਜੀ। ਤੇ ਦੇਖੋ ਉਹਨਾਂ ਦੇ ਇੱਥੇ 11 ਅਸਤ ਜਿਹੜੇ ਪਾਏ ਗਏ,
ਤੇ ਉਹ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਦੱਸਾਂਗੇ। ਜੇ ਅਸੀਂ ਇਹ ਆਉਣ ਵਾਲੀ ਪੀੜ੍ਹੀ ਨੂੰ ਬਾਪੂ ਜੀ ਇੱਕ ਜਿਹੜੇ ਪ੍ਰਤੀਕ ਹੈਗੇ ਆ, ਜਿਹੜੇ ਸ਼ਾਂਤੀ ਦੇ ਪ੍ਰਤੀਕ ਹੈਗੇ ਆ, ਜੇ ਇਹ ਜਗ੍ਹਾ ਨੂੰ ਪ੍ਰੋਪਰ ਡਿਵੈਲਪ ਕੀਤਾ ਜਾਏਗਾ ਤੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਬਾਪੂ ਜੀ ਬਾਰੇ ਦੱਸੀਏ। ਇਸ ਤਰ੍ਹਾਂ ਦੇ ਮਾਹੌਲ 'ਚ ਜੇ ਬਾਪੂ ਜੀ ਨੂੰ ਅਸੀਂ ਬੱਚਿਆਂ ਨੂੰ ਆਪਣੇ ਲਿਆ ਕੇ ਦਿਖਾਈਏ ਤੇ ਸਾਡੇ ਆਪਣਾ ਮਨ ਨੂੰ ਠੇਸ ਜੀ ਰਾਧਾ, ਪਹੁੰਚਦੀ ਤੁਸੀਂ ਹੈ। ਬੱਚਿਆਂ ਦੀ ਗੱਲ ਕੀਤੀ ਤਾਂ ਬੱਚਿਆਂ ਵਾਸਤੇ ਤੇ ਕੋਈ ਝੂਲੇ ਲੱਗੇ ਹੋਣੇ ਹਾਂ, ਚਾਹੀਦੇ ਨੇ। ਬੱਚਿਆਂ ਵਾਸਤੇ ਝੂਲੇ ਹੋਣੇ ਬੱਚਿਆਂ ਚਾਹੀਦੇ ਲਈ ਆ ਕੋਈ ਕਿਉਂਕਿ ਜੋ ਬਾਪੂ ਜੀ ਦੇ ਦੇਖੋ ਦੇਸ਼ ਸੀਗੇ, ਰਾਸ਼ਟਰਪਿਤਾ ਸੀ, ਜੋ ਉਹਨਾਂ ਨੇ ਦੇਸ਼ ਲਈ ਕੀਤਾ ਉਹ ਆਪਾਂ ਬੱਚਿਆਂ ਨੂੰ ਤਾਂ ਹੀ ਦੱਸ ਸਕਾਂਗੇ। ਕੋਈ ਬੁੱਕਸ ਵਗੈਰਾ ਤਾਂ ਬਾਪੂ ਜੀ ਬਹੁਤ ਆ। ਦੇਖੋ ਜੀ। ਜਦੋਂ 2 ਅਕਤੂਬਰ ਹੁੰਦੀ ਆ ਤੇ ਇੱਥੇ ਆ ਕੇ ਲੀਡਰਸ ਆਪਣੀਆਂ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ। ਅਸੀਂ ਇੱਥੇ ਕੁਝ ਸ਼ਹਿਰ ਦੇ ਨੁਮਾਇੰਦੇ ਸਵੇਰੇ ਸੈਰ ਕਰਨ ਆਉਂਦੇ ਆ। ਪਿਛਲੇ ਦਿਨਾਂ 'ਚ ਇੱਥੇ ਬਹੁਤ ਗੰਦਗੀ ਸੀ। 15 ਅਗਸਤ ਵਾਲੇ ਦਿਨ ਉਹ ਸ਼ਹਿਰ ਦੇ ਨੇ ਤੁਸੀਂ ਦੇਖਿਆ ਹੋਣਾ ਤੇ ਹਾਂਜੀ, ਉੱਤੇ ਝੰਡਾ ਝੰਡਾ ਲਗਾਇਆ ਲਗਾਇਆ ਹੋਇਆ। ਤੇ ਇਹਦੀ ਸਫਾਈ ਕੀਤੀ, ਜਿਹਦੇ 'ਚ ਸਾਡੇ ਨਾਲ ਨਰੇਸ਼ ਜੀ ਸੀ, ਡਾਕਟਰ ਸਾਹਿਬ ਸੀਗੇ, ਹੋਰ ਵੀ ਸਾਡੇ ਅਸੀਂ ਇੱਕ ਟੀਮ ਆਉਂਦੀ ਹੈ 10-12 ਬੰਦਿਆਂ ਦੀ ਤੇ ਉਹਦੇ ਵਿੱਚ ਅਸੀਂ ਆ ਕੇ ਆਪਣੇ ਹੀ ਪ੍ਰਲਾਲਾ ਦੇਖੋ ਇੱਕ ਆਮ ਆਦਮੀ ਆ ਕਿੰਨਾ ਕੁ ਕਰ ਸਕਦਾ। ਸਰਕਾਰਾਂ ਤੋਂ ਬਗੈਰ ਇਹ ਡਿਵੈਲਪ ਨਹੀਂ ਹੋ ਸਕਦੀ ਕਿਉਂਕਿ ਇੰਨੇ ਮਹਾਨ ਸ਼ਖਸ ਹੋਣ ਮਹਾਤਮਾ ਜੀ, ਬਾਪੂ ਜੀ, ਤੇ ਉਹਨਾਂ ਦੀ ਇਸ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਸਤਲੁਜ ਦਰਿਆ ਦਾ ਨਾਮ ਆ ਜੀ। ਉੱਥੇ ਉਹਨਾਂ ਦੇ ਹੋਣ ਤੇ ਉਸ ਜਗ੍ਹਾ ਤੇ ਗੰਦਗੀ ਹੋਵੇ ਤੇ ਉਸ ਗੱਲ ਨੂੰ ਪੁੱਛੋ ਜਿੱਦਾਂ ਜਿਹੜੇ ਸ਼ਹੀਦੇ ਦੇਸ਼ ਲਈ ਜਿਨ੍ਹਾਂ ਨੇ ਇਸ ਆਜ਼ਾਦੀ ਲਈ ਅਹਿਮ ਰੋਲ ਅਦਾ ਅਹਿਮ ਕੀਤਾ, ਰੋਲ ਕੀ ਪੂਰਾ ਜੀਵਨ ਹੀ ਦੇ ਦਿੱਤਾ। ਜੀ ਉਸ ਸ਼ਖਸ ਦੀ ਇਹ ਨਿਰਾਦਰੀ ਹੋਣੀ ਸਰਕਾਰਾਂ ਲਈ ਸ਼ੇਮ ਦਾ ਮੁੱਦਾ ਹੈ ਕਿਉਂਕਿ ਸ਼ਹਿਰ ਵਾਲਿਆਂ ਨੂੰ ਦੇਖੋ ਇੱਕ ਦੱਸਣ ਨੂੰ ਬਹੁਤ ਵੱਡੀ ਗੱਲ ਹੈ ਵੀ ਦੇਖੋ ਪੰਜਾਬ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਰਹਿੰਦੇ ਆ ਜਿੱਥੇ ਬਾਪੂ ਜੀ ਦੀਆਂ ਹਸਤੀਆਂ ਹਨ, ਉਹਨਾਂ ਦੇ ਸੰਦੇਸ਼ ਜਾਣੇ ਚਾਹੀਦੇ ਅੱਗੇ ਜਿਹੜੇ ਨਹੀਂ ਜਾ ਸਕਦੇ। ਇਸ ਕਰਕੇ ਸਰਕਾਰਾਂ ਦੇ ਅੱਗੇ ਅਪੀਲ ਹੈ ਵੀ ਇਹਦੇ ਤੇ ਕੋਈ ਧਿਆਨ ਦਿੱਤਾ ਜਾਵੇ, ਵੀ ਇਹਨੂੰ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ। ਪਾਰਕ ਹੋਵੇ, ਸ਼ਾਮ ਨੂੰ ਬੱਚੇ ਆਉਣ ਦੇਖਣ ਤੇ ਉਹ ਦੇਖਣ ਬਾਪੂ ਜੀ ਬਾਰੇ ਪ੍ਰਚਾਰ ਬਣਾਉਂਦਾ ਬਾਪੂ ਜੀ ਦੇ ਹੋਵੇ। ਜਿਹੜੇ 11 ਇੱਥੇ ਲਿਖੇ ਹੋਏ ਨੇ ਦੇਖੋ ਮੁੱਲੇ ਇਹ 11 ਜਿਹੜੇ ਪੁਆਇੰਟ ਲਿਖੇ ਹੋਏ ਆ, ਤੁਸੀਂ ਵੀ ਹੁਣੇ ਆਪਣੀ ਸਪੀਚ 'ਚ ਪੜ੍ਹੇ, ਉਹ ਚੀਜ਼ਾਂ ਤਾਂ ਹੀ ਆ। ਦੇਖੋ ਇਹੋ ਜਿਹੇ ਐਟਮੋਸਫੇਅਰ ਦੇ ਵਿੱਚ ਬੱਚਿਆਂ ਨੂੰ ਕੋਈ ਵੀ ਲਿਆਉਣਾ ਨਹੀਂ ਪਸੰਦ ਕਰੇਗਾ ਕਿਉਂਕਿ ਗੰਦਗੀ ਪਈ ਆ। ਤੁਸੀਂ ਦੇਖੋ ਆਲੇ ਦੁਆਲੇ ਕਿੰਨਾ ਗੰਦਗੀ ਆ, ਇੱਥੇ ਮੱਝਾਂ ਗਾਵਾਂ ਅਸੀਂ ਦੇਖਿਆ ਬੜੇ ਨੌਜਵਾਨ ਵੀ ਇੱਥੇ ਬੜੇ ਘੁੰਮ ਰਹੇ ਸੀਗੇ ਤੇ ਇਹੋ ਜਿਹੇ ਮਾਹੌਲ ਵਿੱਚ ਵਾਕਈ ਕੋਈ ਬੱਚਾ ਨਹੀਂ ਆਣਾ ਦੇਖੋ ਪਸੰਦ। ਤੁਸੀਂ ਆਲੇ ਦੁਆਲੇ ਕੈਮਰੇਮੈਨ ਨੂੰ ਕਹੋ ਘੁਮਾ ਕੇ ਦੇਖੇ ਵੀ ਇਹਦੇ ਵਿੱਚ ਕੋਈ ਵੀ ਪਰਿਵਾਰ ਤੁਸੀਂ ਦੇਖੋ ਕਿਸੇ ਨੂੰ ਵੀ ਲਿਆਉਣਾ ਪਸੰਦ ਨਹੀਂ ਕਰੇਗਾ। ਜੇ ਇੱਥੇ ਬਹੁਤ ਅੱਛਾ ਮਾਹੌਲ ਬਣਿਆ ਹੋਵੇ, ਐਟਮੋਸਫੇਅਰ ਵਧੀਆ ਹੋਵੇ, ਘਾਹ ਲੱਗਾ ਹੋਵੇ, ਪਾਰਕਿੰਗ ਹੋਵੇ, ਪ੍ਰੋਪਰ ਬਾਉਂਡਰੀ ਵਾਲ ਹੋਈ ਹੋਵੇ, ਬੰਦਾ ਆਏਗਾ ਤੇ ਬੈਠੇਗਾ। ਤੇ ਜਦੋਂ ਦੇਖੋ ਕਿਸੇ ਅੱਛੀ ਜਗ੍ਹਾ ਤੇ ਜਾਓਗੇ, ਕਿਸੇ ਗਿਆਨ ਮਹਾਤਮਾ ਗਾਂਧੀ ਜੀ ਤੇ ਉੱਥੇ ਜਾ ਕੇ ਉਹਦੇ ਬਾਰੇ ਗੱਲ ਕੀਤੀ ਜਾਊਗੀ। ਗੱਲ ਤਾਂ ਹੀ ਕੀਤੀ ਜਾਊਗੀ ਜੇ ਇੱਥੇ ਬੈਠਣ ਦਾ ਐਟਮੋਸਫੇਅਰ ਹੋਵੇਗਾ। ਇਹ ਸ਼ਹਿਰ ਦੇ ਕੁਝ ਜਿਹੜੇ ਬੰਦੇ ਹੈਗੇ ਸਵੇਰੇ ਵਾਕ ਕਰਨ ਆਉਂਦੇ ਦਰਿਆ ਤੇ, ਬਸ ਉਹਨਾਂ ਦੀ ਇੱਕ ਟੀਮ ਆ, ਉਹਨਾਂ ਦੇ ਮਨ 'ਚ ਆਇਆ ਉਹ ਜਿੰਨਾ ਕੁ ਕਰ ਸਕਦੇ ਆ ਕਿਉਂਕਿ ਸਵੇਰੇ 1 ਘੰਟਾ ਹੁੰਦਾ ਉਦੋਂ ਇੱਥੇ ਆ ਕੇ ਪਰ ਉਹ ਆਪਣੇ ਐਫਰਟ 'ਚ ਕਿੰਨਾ ਕੁਝ ਕਰ ਸਕਦੇ ਨੇ। ਆਪਣੇ ਐਫਰਟ 'ਚ ਕਿੰਨਾ ਕਰ ਸਕਦੇ ਆ ਤੇ ਬਸ ਇਹ ਤਾਂ ਸਰਕਾਰ ਨੂੰ ਹੀ ਸੋਚਣਾ ਚਾਹੀਦਾ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਪਿਛਲੇ ਲਗਭਗ 20-25 ਸਾਲ ਤੋਂ ਅਸੀਂ ਇੱਥੇ ਮਾਰਨਿੰਗ ਵਾਕ ਕਰ ਸਾਰੇ ਮਾਰਨਿੰਗ ਵਾਕ ਕਰੀ ਜਾਈਦੀ। ਸਾਡੇ ਕੋਲ ਜਿੰਨਾ ਕੋਈ ਐਫਰਟ ਹੁੰਦਾ ਕਰੀਦੇ ਆ। ਅਸੀਂ ਇੱਥੇ ਪੇੜ ਲਗਾਏ, ਬਹੁਤ ਸਾਰੇ ਪੇੜ ਲਗਾਉਣ ਤੋਂ ਬਾਅਦ ਅਸੀਂ ਉਹਨਾਂ ਦੀ ਦੇਖ ਰੇਖ ਲਈ ਇੱਥੇ ਪਾਈਪਾਂ ਅੰਡਰਗਰਾਊਂਡ ਅਜੇ ਵੀ ਪਾਈਪਾਂ ਪਈਆਂ ਹੋਣੀਆਂ, ਪਾਈਪਾਂ ਪਵਾ ਕੇ ਅਸੀਂ ਉਹਨਾਂ ਨੂੰ ਕਨੈਕਸ਼ਨ ਦਿਵਾਏ। ਪਾਣੀ ਸੀਨੀਅਰ ਸਿਟੀਜ਼ਨ ਜਿਹੜੇ ਸਾਡੇ ਫਲੋਰ ਦੇ ਸੀ ਉਹ ਨਾਲ ਆਉਂਦੇ ਸੀਗੇ, ਅਸੀਂ ਪਾਣੀ ਪੂਣੀ ਦੇਈਦੇ, ਬਹੁਤ ਦੇਖ ਰੇਖ ਕੋਸ਼ਿਸ਼ ਕਰੀਦੀ। ਪਰ ਅਸੀਂ 24 ਘੰਟੇ ਇੱਥੇ ਨਹੀਂ ਰਹਿ ਸਕਦੇ ਸੀਗੇ, ਜਿਹਦੇ ਕਰਕੇ ਉਹ ਸਾਰੇ ਪੇੜ ਜਿਹੜੇ ਸੀਗੇ ਉਹ ਲੋਕਾਂ ਨੇ ਉਜਾੜ ਦਿੱਤੇ, ਲੋਕਾਂ ਨੇ ਇੱਥੇ ਰਹਿਣ ਹੀ ਨਹੀਂ ਦਿੱਤੇ। ਉਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਸਰਕਾਰਾਂ ਨੂੰ ਪਤਾ ਨਹੀਂ, ਡੀਸੀ ਨੂੰ ਕੰਪਲੇਂਟਾਂ ਜਾ ਚੁੱਕੀਆਂ, ਐਸਡੀਐਮ ਫਲੋਰ ਨੂੰ ਕੰਪਲੇਂਟਾਂ ਪਈਆਂ ਨੇ। ਪੀਸ ਕੀਪਿੰਗ ਇੱਕ ਸੰਸਥਾ ਲੁਧਿਆਣਾ ਦੀ ਮਹਾਤਮਾ ਗਾਂਧੀ ਜੀ ਦੀ ਮਿਸਟਰ ਮੇਰੇ ਖਿਆਲ ਅਗਰਵਾਲ ਕੀ ਨਾਮ ਉਹਨਾਂ ਦਾ, ਜਿਹੜੇ ਆਉਂਦੇ ਹੁੰਦੇ ਸੀਗੇ ਫਲੋਰ, ਉਹ ਆਉਂਦੇ ਸੀਗੇ, ਉਹਨਾਂ ਨੇ ਵੀ ਐਫਰਟ ਕੀਤਾ। ਉਹਨਾਂ ਦੇ ਐਫਰਟ ਨਾਲ ਅਸੀਂ ਬਹੁਤ ਕੁਝ ਇੱਥੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਇਹ ਨਹੀਂ ਹੈਗਾ ਚੇਂਜ ਨਹੀਂ ਕਰਨ ਦੀ ਕੋਸ਼ਿਸ਼, ਚੇਂਜ ਕਰਨ ਦੀ ਕੋਸ਼ਿਸ਼ ਕੀਤੀ। 25 ਸਾਲਾਂ 'ਚ ਅਸੀਂ ਇੱਥੇ ਕੁਝ ਚੇਂਜ ਨਹੀਂ ਕਰਵਾ ਸਰ ਸਕੇ। ਜਿਵੇਂ ਮੈਂ ਵੀ ਇੱਕ ਮਤਲਬ ਨਿਊਜ਼ ਵੀ ਕਵਰ ਕੀਤੀ ਸੀ ਕਿ 2 ਕਰੋੜ ਦੀ ਗ੍ਰਾਂਟ ਵੀ ਮਿਲਣ ਦਾ ਐਲਾਨ ਹੋਇਆ ਸੀ, ਉਹ ਮਿਲੀ ਨਹੀਂ ਗ੍ਰਾਂਟ ਫਿਰ। ਮੈਮ ਦੇਖੋ ਗ੍ਰਾਂਟ ਜਿਹੜੀ ਮਿਲੀ, ਇਹ ਰਸਤਾ ਤੁਸੀਂ ਜੋ ਨਿਕਲ ਕੇ ਆਏ ਹੋਣੇ, ਹਾਫ ਟਾਈਲਾਂ ਲੱਗੀਆਂ ਨੇ, ਹਾਫ ਟਾਈਲਾਂ ਰਹਿੰਦੀਆਂ ਨੇ। ਰਾਦਰ ਰਸਤਾ ਵੀ ਬੜਾ ਉੱਬੜ ਖਾਬੜ ਬੜਾ ਹੀ। ਇਹਦੇ 'ਚ ਇੱਕ ਹੋਰ ਦਿੱਕਤ ਆ ਗਈ, ਵੱਡੀ ਪ੍ਰੋਬਲਮ ਕੀ ਹੈ, ਜਿਹੜੀ ਗ੍ਰਾਂਟ ਦੀ ਪ੍ਰੋਬਲਮ ਤੁਸੀਂ ਦੱਸਦੇ। ਗ੍ਰਾਂਟ ਦੀ ਕੀ ਪ੍ਰੋਬਲਮ ਹੈ? ਇਹ ਜਿਹੜੀ ਜ਼ਮੀਨ ਹੈ ਪਹਿਲਾਂ ਪੰਜਾਬ ਗਵਰਨਮੈਂਟ ਪੁਰਾਣਾ ਪੁਲ ਹੈ, ਜੀਟੀ ਰੋਡ ਹੈ, ਇਹ ਹੁਣ ਰੇਲਵੇ ਨੇ ਐਕਵਾਇਰ ਕਰ ਲਿਆ। ਰੇਲਵੇ ਨੇ ਆਪਣੇ ਸਿੰਬਲਸ ਲਗਾ ਦਿੱਤੇ, ਉਹਨੇ ਜਗ੍ਹਾ ਦਿੱਤੀ। ਅਗਰ ਤੁਸੀਂ ਥੋੜੀ ਦੇਰ ਇੱਥੋਂ ਪਿੱਛੇ ਦੇਖੋਗੇ, ਇਹ ਸਾਰੀ ਰੇਲਵੇ ਦੇ ਵਿੱਚ ਆ ਗਈ, ਜਿਹਦੇ ਕਰਕੇ ਰੇਲਵੇ ਜਿਹੜੇ ਆ ਇਹਨੂੰ ਡਿਵੈਲਪਮੈਂਟ ਨੂੰ ਰੋਕ ਰਹੀ ਆ ਕਿ ਅਸੀਂ ਅਗਰ ਉਹਨੂੰ ਬਣਾਉਣ, ਜਿੱਦਾਂ ਇਹ ਸੜਕ ਧੱਕੇ ਨਾਲ ਬਣ ਗਈ, ਅੱਧੀ ਬਣ ਗਈ, ਟਾਈਲਾਂ ਲੱਗ ਗਈਆਂ,
ਅਸੀਂ ਇਹ ਸੜਕ ਕੋਸ਼ਿਸ਼ ਕੀਤੀ ਸੀ ਕਿ ਅਪ ਟੂ ਫਾਟਕ ਤੱਕ ਇਹਨੂੰ ਕ੍ਰੋਸਿੰਗ ਤੱਕ ਲੈ ਜਾਏ, ਕਿਉਂਕਿ ਸਵੇਰੇ ਇੱਥੇ ਲੇਡੀਜ਼ ਵੀ ਬਹੁਤ ਆਉਂਦੀਆਂ ਨੇ ਸੈਰ ਕਰਨ ਲਈ, ਜੈਂਟਸ ਵੀ ਬਹੁਤ ਆਉਂਦੇ ਨੇ। ਘੱਟੋ ਘੱਟ ਨਹੀਂ ਸੈਂਕੜੇ ਦੀ ਤਾਦਾਦ 'ਚ ਲੋਕੀ ਸਵੇਰੇ ਸ਼ਾਮ ਸੈਰ ਕਰਦੇ ਨੇ ਇੱਥੇ ਜਿੱਥੇ ਆ ਗਏ। ਇਸੇ ਕਰਕੇ ਇਹ ਸੜਕ ਦੇ ਟੋਏ ਸੀਗੇ, ਟੋਇਆਂ ਨੂੰ ਕਵਰ ਕਰ ਲਈ ਇਹ ਟਾਈਲਾਂ ਦਾ ਅਸੀਂ ਰਿਕੁਐਸਟ ਮੈਨੂੰ ਲੱਗਦਾ ਟਾਇਲ ਜਿਹੜੀ ਉਹਦੇ ਰਸਤੇ ਲੱਗੀਆਂ, ਬਾਕੀ ਤਾਂ ਹਾਲੇ ਤੱਕ ਫਿਰ ਵੀ ਉਵੇਂ ਟੋਏ ਨੇ। ਮੈਮ ਉਹ ਰੇਲਵੇ ਵਾਲਿਆਂ ਨੇ ਰੁਕਵਾਤਾ ਰੇਲਵੇ ਕੰਮ, ਵਾਲਿਆਂ ਨੂੰ ਰੁਕਵਾ ਰੇਲਵੇ ਵਾਲਿਆਂ ਨੇ ਕੰਮ ਰੁਕਵਾਤਾ ਕਿ ਰੇਲਵੇ ਦੀ ਬਾਉਂਡਰੀ ਵਾਲੇ ਚ ਐਕਚੁਅਲੀ ਚੱਕਰ ਕੀ ਹੈ, ਇੱਥੋਂ ਬੁਲਟ ਟ੍ਰੇਨ ਨਿਕਲਣ ਵਾਲੀ ਹੈ ਜੀ ਬਿਲਕੁਲ ਨਾਲੋਂ। ਓਕੇ, ਬੁਲਟ ਟ੍ਰੇਨ ਦਾ ਜਿਹੜਾ ਪ੍ਰੋਜੈਕਟ ਹੈ ਇੱਥੋਂ ਪਾਸ ਹੈ ਬਿਲਕੁਲ, ਇੱਥੇ ਤੁਸੀਂ ਥੋੜੀ ਜਿਹੀ ਕੰਸਟਰਕਸ਼ਨ ਚੱਲਦੀ ਪਈ ਹੈ। ਓਕੇ ਜੀ। ਉਹਦੇ ਕਰਕੇ ਜਿਹੜਾ ਸਾਰੇ ਦਾ ਸਾਰਾ ਇਹਨਾਂ ਨੇ ਰਿਕੁਆਇਰਮੈਂਟ ਹੈ ਜਿਹੜੀ ਐਕਵਾਇਰ ਕੀਤੀ ਹੈ ਜਗ੍ਹਾ, ਬਹੁਤ ਜ਼ਿਆਦਾ ਐਕਵਾਇਰ ਕਰ ਲਈ ਹੈ ਔਰ ਇਸ ਸਾਈਡ ਤੱਕ ਆ ਗਏ ਨੇ। ਦੂਸਰੀ ਤਰ੍ਹਾਂ ਇਹ ਸਮਾਰਕ ਹੈ, ਸਮਾਰਕ ਦੇ ਉੱਪਰ ਕਿਸੇ ਟਾਈਮ ਤੇ ਸਰਵੋਦਿਆ ਮੇਲਾ ਲੱਗਦਾ ਹੈ, ਸੈਂਟਰ ਤੋਂ ਮਿਨਿਸਟਰੀ ਆਉਂਦੀ ਸੀ। ਓਕੇ, ਸੈਂਟਰ ਤੋਂ ਹਾਈ ਆਫਿਸ ਜਿਹੜੇ ਮਿਨਿਸਟਰ ਸੀਗੇ ਉਹ ਆ ਕੇ ਇੱਥੇ ਸ਼ਰਧਾਂਜਲੀ ਭੇਟ ਕਰਦੇ ਸੀ। ਆਹਿਸਤਾ ਆਹਿਸਤਾ ਉਹ ਖਤਮ ਹੁੰਦਾ ਗਿਆ। 12 ਫਰਵਰੀ ਨੂੰ ਹਰ ਸਾਲ ਇੱਥੇ ਸਰਵੋਦਿਆ ਮੇਲਾ ਲੱਗਦਾ ਸੀ, ਪਰ 12 ਫਰਵਰੀ ਦਾ ਜਿਹੜਾ ਮੇਲਾ ਹੌਲੀ ਹੌਲੀ ਖਤਮ ਹੋ ਗਿਆ। ਬਿਲਕੁਲ ਤੁਸੀਂ ਅਗਰ ਤੁਹਾਨੂੰ ਸੁਣਾਵਾਂ, ਇਹਨਾਂ ਦੇ ਪਿਛਲੇ ਪਾਸੇ ਹੀ ਗਾਂਧੀ ਨੇਚਰ ਕੇਅਰ ਆਸ਼ਰਮ ਹੈ, ਜਿੱਥੇ ਨੇਚਰ ਦੇ ਹਿਸਾਬ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀਗਾ, ਮਿੱਟੀ ਦੇ ਨਾਲ ਜਾਂ ਹੋਰ ਨੇਚਰ ਦੇ ਹਿਸਾਬ ਦੇ ਨਾਲ ਉਹਨੂੰ ਸਟੀਮ ਦੇ ਕੇ। ਅਜੇ ਵੀ ਉਹ ਚੱਲਦਾ, ਪਰ ਉੱਥੇ ਵੀ ਦਿੱਕਤ ਕੀ ਹੈ ਕਿ ਉੱਥੇ ਵੀ ਫਾਈਨੈਂਸ ਦੀ ਕਮੀ ਹੈ। ਫਾਈਨੈਂਸ ਦੀ ਕਮੀ ਕਾਰਨ ਉਹ ਵੀ ਜਿਹੜੀ ਜਗ੍ਹਾ ਨਾ ਹੌਲੀ ਹੌਲੀ ਅਲੋਪ ਹੁੰਦੀ ਜਾ ਰਹੀ, ਪੰਜਾਬੀ 'ਚ ਗੱਲ ਅਲੋਪ ਹੁੰਦੀ ਜਾ ਰਹੀ ਹੈ ਔਰ ਹੌਲੀ ਹੌਲੀ ਲੋਕੀ ਜਿਹੜੇ ਉਹ ਤੋਂ ਵੀ ਦੂਰ ਹੁੰਦੇ ਜਾ ਰਹੇ ਨੇ। ਪਰ ਇਸ ਟਾਈਮ ਜਿਹੜੀ ਪੋਜੀਸ਼ਨ ਹੈ ਇਹ ਦੇਖੋ ਤੁਸੀਂ, ਅਸੀਂ ਮੈਂ ਤੁਹਾਨੂੰ ਆਪਣੀ ਵੀਡੀਓ ਦਿਖਾ ਦਿੰਦਾ, ਅਸੀਂ ਸਵੇਰੇ ਆ ਕੇ ਇੱਥੇ ਝਾੜੂ ਲਗਾਈਦਾ ਸੀ ਸਵੇਰੇ, ਅੱਛਾ ਸ਼ਾਮ ਤੱਕ ਫਿਰ ਉਵੇਂ ਹੀ ਗੰਦ ਹੋ ਜਾਂਦਾ। ਸ਼ਾਮ ਤੱਕ ਉੱਥੇ ਗੰਦ ਹੋ ਜਾਂਦਾ ਜੀ। ਸਵੇਰੇ ਆ ਕੇ ਅਸੀਂ ਰੋਜ਼ ਇੱਥੇ ਸਾਡਾ ਮਾਰਨਿੰਗ ਹੈ, ਅਸੀਂ ਝਾੜੂ ਰੱਖਿਆ ਹੋਇਆ ਨਾਲ ਇੱਥੇ ਬਿਲਕੁਲ ਸਮਾਨ ਝਾੜੂ ਰੱਖਿਆ ਹੀ, ਸਵੇਰੇ ਆ ਕੇ ਝਾੜੂ ਨਾਲ ਆਪ ਖੁਦ ਸਾਫ਼ ਕਰ ਲਈਦੀ ਹੈ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਆਪਣੇ ਰਾਸ਼ਟਰਪਿਤਾ ਦੀ ਜਿਹੜਾ ਹੈ ਉਹਨਾਂ ਦੇ ਨਾਂ ਤੇ ਇੱਕ ਬਹੁਤ ਵੱਡੀ ਡਰਾਈਵ ਚਲਾਈ ਜਾ ਰਹੀ ਹੈ, ਸਵਸਥ ਭਾਰਤ ਅਭਿਆਨ। ਹਾਂਜੀ ਹਾਂਜੀ, ਕੱਲ ਤੋਂ ਫਿਰ ਸ਼ੁਰੂ ਹੋ ਰਹੀ ਹੈ ਆਲ ਓਵਰ ਇੰਡੀਆ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ। ਪਰ ਇਹ ਮਹਾਤਮਾ ਗਾਂਧੀ ਦੀ ਸਮਾਧ ਹੈ ਤੇ ਇਹ ਸਵੱਛ ਭਾਰਤ ਦਾ ਸੀਨ ਹੈ। ਬੜੇ ਹੀ ਦੁੱਖ ਵਾਲੀ ਗੱਲ ਹੈ ਵੀ ਸਾਡੇ ਰਾਸ਼ਟਰਪਿਤਾ ਦੇ ਇੰਨਾ ਵੱਡਾ ਇੰਨਾ ਵਧੀਆ ਸਮਾਰਕ ਇੱਥੇ ਹੋਏ ਔਰ ਇੱਥੇ ਇੰਨੀ ਗੰਦਗੀ ਹੋਏ। ਸਥਾਨਕ ਲੋਕ ਚਾਹੁੰਦੇ ਨੇ ਕਿ ਇੱਥੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾਣ, ਬਹੁਤ ਹੀ ਇੱਥੇ ਸੋਹਣਾ ਇਹਨੂੰ ਬਣਾਇਆ ਜਾਏ ਤਾਂ ਕਿ ਉਹ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਫੈਮਿਲੀ ਨੂੰ ਇੱਥੇ ਲੈ ਕੇ ਆ ਪਾਉਣ, ਪਰ ਨਹੀਂ ਲੈ ਕੇ ਆ ਪਾ ਰਹੇ ਕਿਉਂਕਿ ਜਿਹੜਾ ਹੈ ਇਹ ਬਹੁਤ ਵਿੱਚ ਅੜਚਨਾਂ ਨੇ। ਕੋਈ ਰੇਲਵੇ ਵੱਲੋਂ ਐਕਵਾਇਰ ਹੈ, ਕੋਈ ਕੁਛ ਹੈ, ਪਰ ਸਾਡੀ ਪੰਜਾਬ ਸਰਕਾਰ ਅੱਗੇ ਅਪੀਲ ਕਿ ਇਸ ਸਮਾਰਕ ਨੂੰ ਜੋ ਕਿ ਰਾਸ਼ਟਰਪਿਤਾ ਦੇ ਨਾਮ ਇੱਕੋ ਇੱਕ ਸਮਾਰਕ ਹੈ ਤੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਲੀਕਿਆ ਜਾਏ, ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਇੱਕ ਸਮਾਰਕ ਬਣੇ ਕਿਉਂਕਿ ਪੰਜਾਬ ਸਰਕਾਰ ਉਪਰਾਲਾ ਕਰ ਰਹੀ ਹੈ ਟੂਰਿਜ਼ਮ ਨੂੰ ਵਧਾਉਣ ਲਈ ਔਰ ਸਾਡੇ ਜਿਹੜੇ ਸ਼ਹੀਦਾਂ ਦੇ, ਸਾਡੇ ਰਾਸ਼ਟਰਪਿਤਾ ਦੇ ਸਮਾਰਕ ਨੂੰ ਬਹੁਤ ਵਧੀਆ ਬਣਾਉਣ ਲਈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜ਼ਰੂਰ ਆਪਣਾ ਇਹ ਵੀ ਸਮਾਰਕ ਇੱਕ ਚੁਣੇਗੀ ਔਰ ਇਹ ਵੀ ਇੱਕ ਟੂਰਿਜ਼ਮ ਪਲੇਸ ਔਰ ਲੋਕਾਂ ਨੂੰ ਇੱਕ ਰਾਸ਼ਟਰਪਿਤਾ ਨੂੰ ਇੱਕ ਦਿਖਾਉਣ, ਰਾਸ਼ਟਰਪਿਤਾ ਬਾਰੇ ਸੰਦੇਸ਼ ਦੇਣ ਲਈ ਇੱਕ ਬਹੁਤ ਵਧੀਆ ਇੱਕ ਸਮਾਰਕ ਬਣੇਗਾ। ਧੰਨਵਾਦ।